ਸਤਨਾਮ ਗੁਰਨੌਤ ਬੰਦਨ ਅੰਕਵਾ ਸਰਵ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਤ ਗਾਇਣ। ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਸਗਲੇ ਦੁਖ ਪਲਾਇਣ। ਰਸਨਾ ਗੁਣ ਗੋਪਾਲ ਨਿਤ ਗਾਇਣ। ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਸਗਲੇ ਦੁਖ ਪਲਾਇਣ। ਰਹਾਉ ਜੋ ਮੰਗੈ ਸੋਈ ਸੋਈ ਪਾਵੈ। ਸੇਵ ਹਰਿ ਕੇ ਚਰਨ ਰਸਾਇਣ। ਜਨਮ ਮਰਨ ਦੋਹੂ ਤੇ ਛੁਟੈ। ਭਵ ਜਲ ਜਗਤ ਤਰਾਇਣ। ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਬਿੰਦ ਪਰਾਇਣ। ਅਬਨਾਸੀ ਖੇਮ ਚਾਹੇ ਜੇ ਨਾਨਕ। ਸਦਾ ਸਿਮਰ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ। ਦਾਸ ਗੋਬਿੰਦ ਪਰਾਇਣ। ਅਬਨਾਸੀ ਖੇਮ ਚਾਹੇ ਜੇ ਨਾਨਕ। ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ, ਅੱਜ ਦਾ ਜੋ ਪ੍ਰਮਾਣ ਹੈ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਰਾਗ ਟੋਡੀ ਦੇ ਵਿੱਚ ਅਤੇ ਸਤਿਗੁਰੂ ਜੀ ਦੇ ਪਾਵਨ ਅੰਗ 713 ਦੇ ਸਵਰ ਉਚਾਰਨ ਕਰੋ ਇੱਕ ਵਾਰੀ। ਸਤਿਨਾਮ ਸ੍ਰੀ ਵਾਹਿਗੁਰੂ। ਟੋਡੀ ਮਹੱਲਾ ਪੰਜਵਾਂ। ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ। ਰਸਨਾ ਗੁਣ ਗੋਪਾਲ ਨਿਤ ਗਾਇਣ। हे भाई, अपनी रसना दे राही वो गोपाल है जिहड़ा। गोपाल का अर्थ है सारी सृष्टि नूं पालण वाला, सारी जगत नूं पालण वाला, सारी जितनी भी सृष्टि है, सारी चीज सब नूं पालण वाला जो एक रब है, प्रभु है। अपनी रसना दे राही ਉਹਦੇ ਗੁਣ ਗਾਇਆ। ਉਹਦੇ ਗੁਣ ਗਾਇਆ ਕਰੋ। ਸਾਰੇ ਸੁੱਖਾਂ ਦਾ ਖਜ਼ਾਨਾ ਹੈ ਨਿਤ। ਸਾਰੇ ਸੁੱਖ ਵਾਹਿਗੁਰੂ ਦੇ ਨਾਮ। ਸਾਰੇ ਸੁੱਖਾਂ ਦਾ ਦਾਤਾ ਹੈ ਉਹ ਪ੍ਰਭੂ। ਸਾਰੇ ਖਜ਼ਾਨੇ ਇੱਕ ਵਿੱਚ ਹੀ ਉਹਦੇ ਕੋਲੇ। ਸਾਰੇ ਖਜ਼ਾਨਿਆਂ ਦਾ, ਸਾਰੇ ਭੰਡਾਰਿਆਂ ਦਾ ਮਾਲਕ ਉਹ ਪ੍ਰਭੂ ਹੀ। ਉਹਨੂੰ ਖੁਸ਼ ਕਰੋ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ। ਜੇ ਅਸੀਂ ਉਸ ਨੂੰ ਪ੍ਰਸੰਨ ਕਰ ਲਿਆ, ਉਸ ਨੂੰ ਖੁਸ਼ ਕਰ ਲਿਆ, ਤਾਂ ਮਾਨੋ ਸਾਡੇ ਕੋਲ ਸਭ ਕੁਝ ਹੀ ਆ ਗਿਆ। ਉਸ ਨੂੰ ਖੁਸ਼ ਕਰਨਾ। ਕਿਵੇਂ ਖੁਸ਼ ਕਰਨਾ? ਆਪਣੀ ਰਸਨਾ ਦੇ ਰਾਹੀਂ ਉਹਦੇ ਹੀ ਗੁਣ ਗਾਉਣੇ।
ਉਹਦੀ ਉਹ ਸਿਫਤ ਕਰਨੀ। ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਸਿਫਤ ਨਹੀਂ ਕਰਨੀ। ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੂਜਣਾ। ਰਸਨਾ ਗੁਣ ਗੋਪਾਲ ਨਿਤ ਗਾਇਨ, ਸਾਰੇ ਸੁੱਖਾਂ ਦਾ ਖਜ਼ਾਨਾ ਹੈ ਗੁਰੂ। ਸਾਰੇ ਸੁੱਖਾਂ ਦਾ ਖਜ਼ਾਨਾ ਹੈ ਰੱਬ। ਸਾਰੇ ਸੁੱਖਾਂ ਦਾ ਸਮੁੰਦਰ ਹੈ ਉਹ ਪ੍ਰਭੂ। ਉਹਦਾ ਨਾਮ, ਉਹਦੇ ਨਾਮ ਨੂੰ ਜਪੋ। ਫਿਰ ਜੇ ਅਸੀਂ ਉਹਦਾ ਨਾਮ ਜਪਾਂਗੇ, ਉਹਦਾ ਸਿਮਰਨ ਕਰਾਂਗੇ, ਸਾਨੂੰ ਮਿਲੇਗਾ ਕੀ? ਅਗਲੀ ਪੰਕਤੀ ਵਿੱਚ ਦੇਖੋ ਕੀ ਕਹਿੰਦੇ। ਕਹਿੰਦੇ ਸ਼ਾਂਤ ਸਹਿਜ, ਤੇਰਾ ਮਨ ਸ਼ਾਂਤ ਹੋ ਜਾਏਗਾ, ਤੇਰੇ ਮਨ ਨੂੰ ਸ਼ਾਂਤੀ ਮਿਲੇਗੀ। ਕਿਹੜੀ ਸ਼ਾਂਤੀ? ਅਸੀਂ ਤਾਂ ਸਰੀਰਕ ਸ਼ਾਂਤੀਆਂ ਪ੍ਰਾਪਤ ਕਰਕੇ ਕਹਿੰਦੇ ਨੇ ਮਨ ਸ਼ਾਂਤ ਹੋ ਗਿਆ। ਮਨ ਕੋਈ ਸ਼ਾਂਤ ਨਹੀਂ ਹੋਇਆ ਹੁੰਦਾ। ਜਿਵੇਂ ਕਿਤੇ ਕਈ ਵਾਰੀ ਬੰਦੇ ਨੂੰ ਗਰਮੀ ਆਈ ਹੁੰਦੀ ਹੈ, ਗਰਮੀ ਵਿੱਚੋਂ ਆਇਆ ਹੁੰਦਾ, ਧੁੱਪ ਵਿੱਚੋਂ ਆਇਆ ਹੁੰਦਾ, ਜਦੋਂ ਏਸੀ ਵਾਲੇ ਕਮਰੇ 'ਚ ਬੈਠ ਜਾਂਦਾ ਜਾਂ ਪੱਖਾ ਲੱਗਿਆ ਹੁੰਦਾ, ਕੂਲਰ ਚੱਲਦਾ ਹੁੰਦਾ, ਕਹਿੰਦਾ ਸ਼ਾਂਤੀ ਹੈ। ਕੋਈ ਠੰਡੀ ਚੀਜ਼ ਖਾ ਲੈਂਦਾ, ਕਹਿੰਦਾ ਸ਼ਾਂਤੀ ਹੋ। ਜਦੋਂ ਕਿਤੇ ਬੰਦਾ ਕਈ ਵਾਰੀ ਠੰਡ ਵਿੱਚੋਂ ਆਇਆ ਹੁੰਦਾ, ਉਹਨੂੰ ਸੇਕਣ ਵਾਸਤੇ ਅੱਗ ਮਿਲ ਜਾਵੇ, ਕਹਿੰਦਾ ਸ਼ਾਂਤੀ ਹੈ। ਇਹ ਸ਼ਾਂਤੀਆਂ ਸਰੀਰ ਨਾਲ, ਪਰ ਮਨ ਅੰਦਰੋਂ ਤੜਪ ਰਿਹਾ। ਮਨ ਨੂੰ ਸ਼ਾਂਤ ਕਰਨ ਵਾਲਾ ਕੇਵਲ ਪ੍ਰਭੂ ਦਾ ਨਾਮ ਹੈ। ਜਿਵੇਂ ਕਿ ਸਤਿਗੁਰੂ ਜੀ ਕਹਿੰਦੇ ਹਨ, ਚੰਦਨ ਚੰਦ ਨਾ ਸਦ ਰੁੱਤ, ਮੂਲ ਨਾ ਮਿਟੀ ਧਾਮ। ਚੰਦਨ ਦਾ ਕੋਈ ਲੇਪ ਕਰੇ, ਚੰਦਨ ਠੰਡਾ, ਚੰਦਨ ਦਾ ਲੇਪ ਕਰੇ, ਸਰੀਰ ਨੂੰ ਤਾਂ ਸ਼ਾਂਤੀ ਆ ਸਕਦੀ ਹੈ, ਪਰ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਚੰਦ ਦੀ ਚਾਨਣੀ ਇਹ ਠੰਡੀ ਹੁੰਦੀ ਹੈ, ਪਰ ਇਹ ਮਨ ਨੂੰ ਠੰਡਕ ਨਹੀਂ ਪਹੁੰਚਾ ਸਕਦੀ। ਸਰਦ ਰੁੱਤ ਹੁਣ ਦੇਖੋ ਠੰਡ ਆ, ਇਹ ਠੰਡ ਸਾਡੇ ਸਰੀਰ ਨੂੰ ਤਾਂ ਠੰਡਾ ਕਰ ਰਹੀ ਹੈ, ਪਰ ਮਨ ਨੂੰ ਠੰਡ ਨਹੀਂ ਪਹੁੰਚਾ ਸਕਦੀ। ਠੰਡ ਦੇ ਵਿੱਚ ਵੀ ਉਹ ਮਨੁੱਖ ਤਪਦੇ ਰਹਿੰਦੇ ਹਨ, ਸੜਦੇ ਰਹਿੰਦੇ ਹਨ। ਠੰਡ ਵਿੱਚ ਵੀ ਬੇਅੰਤ ਵਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਹੋਰ ਬੇਅੰਤ ਵਕਾਰਾਂ ਦੇ ਕਾਰਨ ਮਨ ਸੜਦਾ ਹੀ ਰਹਿੰਦਾ ਹੈ ਠੰਡ ਦੇ ਵਿੱਚ ਵੀ। ਪਰ ਜੇਕਰ ਕੋਈ ਗੁਰੂ ਦੀ ਸੰਗਤ ਵਿੱਚ ਆ ਕੇ, ਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਉਸ ਪ੍ਰਭੂ ਦਾ ਸਿਮਰਨ ਕਰਦਾ, ਉਹਦੀ ਯਾਦ ਵਿੱਚ ਜੁੜਦਾ ਹੈ, ਉਹਦਾ ਮਨ ਸ਼ਾਂਤ ਹੋ ਜਾਂਦਾ, ਬਿਲਕੁਲ ਸ਼ਾਂਤ ਹੋ ਜਾਂਦਾ। ਉਹਦੇ ਨੇੜੇ ਕਿਸੇ ਤਰ੍ਹਾਂ ਦਾ ਵੀ ਕੋਈ ਬੁਕਾਰ ਨਹੀਂ ਆ ਸਕਦਾ। ਉਹ ਗੱਤ ਸੁਰਜ ਨਹੀਂ ਸਕਦਾ। ਸਭ ਤਰ੍ਹਾਂ ਦੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ। ਇੱਕੋ ਇੱਕ ਮਨ ਰੱਬ ਦੀ ਯਾਦ ਵਿੱਚ ਜੁੜ ਜਾਂਦਾ, ਹੋਰ ਮਨ ਭਟਕਦਾ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਹਨ, ਆਪਣੀ ਰਸਨਾ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਇਆ ਕਰ, ਤੇਰਾ ਮਨ ਸ਼ਾਂਤ ਹੋ ਜਾਏਗਾ, ਬਿਲਕੁਲ ਸ਼ਾਂਤ ਹੋ ਜਾਏਗਾ। ਸਭ ਤਰ੍ਹਾਂ ਦੀਆਂ ਵਾਸ਼ਨਾਵਾਂ ਖਤਮ ਹੋ ਜਾਣਗੀਆਂ। ਤੇਰਾ ਮਨ ਗਲਤ ਪਾਸੇ ਜਿਹੜਾ ਭਟਕਦਾ ਫਿਰਦਾ ਇਹ ਟਿਕ ਜਾਏਗਾ। ਤੇਰੇ ਅੰਦਰੋਂ ਈਰਖਾ ਖਤਮ ਹੋ ਜਾਏਗੀ, ਤੇਰੇ ਅੰਦਰੋਂ ਨਫ਼ਰਤ ਖਤਮ ਹੋ ਜਾਏਗੀ, ਮਨ ਸ਼ਾਂਤ ਹੋ ਜਾਏਗਾ। ਉਸ ਵਾਹਿਗੁਰੂ ਦੇ ਗੁਣ ਗਾ ਆਪਣੀ ਰਸਨਾ ਦੇ ਰਾਹੀਂ। ਸ਼ਾਂਤ ਅੱਗੇ ਸਹਿਜ ਦਾ ਅਰਥ ਹੁੰਦਾ ਆਤਮਿਕ ਅਡੋਲਤਾ। ਤੈਨੂੰ ਆਤਮਿਕ ਅਡੋਲਤਾ ਪ੍ਰਾਪਤ ਹੋ ਜਾਏਗੀ। ਆਤਮਿਕ ਅਡੋਲਤਾ ਨੂੰ ਸਮਝ ਕੀ ਹੈ? ਆਤਮਿਕ ਅਡੋਲਤਾ, ਸਾਡਾ ਮਨ ਡੋਲਦਾ ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ। ਦੁੱਖ ਵਿੱਚ ਜਿਹੜਾ ਡੋਲਦਾ, ਇਸ ਨੂੰ ਤਾਂ ਆਪਾਂ ਸਮਝ ਲੈਂਦੇ ਕਿ ਜਦੋਂ ਕੋਈ ਦੁੱਖ ਆ ਗਿਆ ਬੰਦਾ ਘਬਰਾ ਗਿਆ, ਡਰ ਗਿਆ, ਆਪਾਂ ਕਹਿੰਦੇ ਜੀ ਡੋਲ ਗਿਆ, ਘਬਰਾ ਗਿਆ। ਸੁੱਖ ਵਿੱਚ ਵੀ ਡੋਲਦਾ ਗੁਰੂ ਪਿਆ। ਸੁੱਖ ਵਿੱਚ ਡੋਲਣਾ ਕੀ ਹੈ? ਜਦੋਂ ਕੁਝ ਮਿਲ ਗਿਆ ਫਿਰ ਮਨੁੱਖ ਹੰਕਾਰ ਕਰਦਾ, ਨੱਚਦਾ, ਟੱਪਦਾ। ਜਦੋਂ ਕੋਈ ਘਾਟਾ ਪੈ ਗਿਆ ਫਿਰ ਰੋਣ ਲੱਗ ਜਾਂਦਾ। ਜਿਵੇਂ ਕਿ ਭਗਤ ਰਵਿਦਾਸ ਜੀ ਕਹਿੰਦੇ ਹਨ, ਮਾਟੀ ਕਾ ਪੁੱਤਰਾ ਕੈਸੇ ਨੱਚਤਾ ਹੈ,
दौड़ो फिरता है, जब किछ पावत तब गर्व करता है, माया गई तब रोवन लगता है। जदों कुछ मिल गया फिर टपदा नचदा भंगड़े पाउंदा, जदों हथों कुछ चले गया, कोई नुकसान हो गया, फिर उठा करता ये डोलना। पर जदों मनुख वाहिगुरू दे गुण गाउंदा तां वो दुख विच भी नहीं घबराउंदा, दुख विच भी उस प्रभु की याद में जुड़िया रहता है। प्रभु जिहड़ा दुख दिता मैं पता नहीं इस दुख के राही मेरा की स्वार्थ, जे सुख दिता सुख विच भी वो डोलदा नहीं, सुख विच भी प्रभु का शुकराना करता, हे प्रभु ये दिता होया सुख तेरा ही है, तेरा ही दिता हुआ शुक्र है, तेरी कृपा है, तेरी बख्शिश है, कृपा कर मैं तेरी चरणों नाल जुड़िया। फिर उहदा ये सुभाव सहज अगे रहस रहता खुशी उसके अंदर सदा ही प्रभु के मिलाप की खुशी बनी रहती है। प्रभु के मिलाप वाहिगुरू के गुण वाहिगुरू के गुणों रब के गुणों खुश हो के गाउंदा, वाहिगुरू के खुश वाहिगुरू के गुण जिवें आपां कोई वधिया भोजन मिल जाए सानूं खुश हो के खांदे ना, वधिया खुश हो के खांदे, बड़ा सानूं आनंद आउंदा। इसे तरीके नाल जो मनुख वाहिगुरू के गुण गाउण लग जाता वो बड़े खुश हो के वाहिगुरू के गुण गाउंदा, वो जिउं जिउं गुण गाउंदा त्यों त्यों उहदा होर मन खुश हुंदा, जिउं जिउं गुण गाउंदा सत्संगत विच मिल करके उहदा मन खुश हुंदा, थकदा ही है। वाहिगुरू के गुण गा गा के थकदा ही क्यों नहीं थकदा, क्योंकि आनंद आउंदा, मन खुश हुंदा। शांत सहज रहस मन उपजे, उहदे मन विच पैदा हो जाते सारे। फिर सगले दुख पलायन, सगले दुख सारे दुख पलायन दूर हो जाते, भज जाते, कोई दुख उहदे नेड़े आउंदा ही नहीं। देखो गुरु प्यारिओ वाहिगुरू के गुण गाउण नाल, पर वाहिगुरू के गुण तां गावांगे आपां जदों असीं गुरु की बाणी दे विचों वाहिगुरू के गुणां नूं समझांगे। वाहिगुरू के गुणां जे समझांगे सानूं तां ही पता लगेगा ना, फिर वाहिगुरू के गुण असीं तां ही गावांगे जे सानूं पता लगेगा कि वो रब दे विच गुण किहड़े किहड़े आ। जे सानूं गुणां दा तां पता ना लगे फिर असीं गुण गावांगे कि जिवें किसी बंदे नूं आपां पहली वारी मिलीए। देखो आपां कई बार ऐसा हुंदा जे किसी बंदे नूं आपां पहली वारी मिलीए असीं उहदी सिफत करिए या वो साडी सिफत करे भी तू बहुत चंगा, तू बहुत चंगा, पहली बार मिले जी हुणे मिले, वो सानू कहे तू बहुत चंगा, बहुत भागा वाला, मैं तो तेरे वर्गा बंदे ही नहीं देखा। वो एक बारी सोचेगा भी पहली बार तो मिल जाए, ये मेरी सिफत करता है कि मेरी नरादरी करता। इसे तरीके वो बंदा सोचेगा मैं पहली बार तो मिले, मैं पहली बार मिले, इन्हें मैनू अज पहली बारी देखिया, मैं इनू अज पहली बार देखिया, ये बड़ियां सिफतां करता। इस करके गुरमुख प्यारिओ उन्ना चिर कोई किसी के गुण नहीं गा सकता, किसी की सिफत नहीं कर सकता जिन्ना चिर उन्होंने कोई जान ना लवे एक किहो जिहा दा सुभाव कैसा। इसे करके अच्छा जिहड़ा कोई बिना मतलब से कोई किसी की सिफत करता वो चापलूसी होती है। रब नूं चापलूसियां की लोड़ नहीं है, गुरु में चापलूसियां की लोड़ नहीं। साडा गुरु गुणां दा समुंदर है, रब गुणां दा समुंदर है। इहदे गुणां नूं समझो किवें, गुरु की बाणी नूं विचार के गुरु की बाणी नूं समझण दी जरूरत है। जदों असीं गुरु की बाणी नूं समझांगे, गुरु की बाणी नूं विचारांगे तां सानूं रब दे गुणां बारे, गुरु दे गुणां बारे समझ आएगी, पता लगेगा। फिर सानूं गुण गाउण की भी लोड़ नहीं पैनी, गुण गाउण की लोड़ नहीं पैनी, अपने आप ही गा होणगे, अपने आप ही कह होएगा धन है सतगुरु तू धन है, तेरे वर्गा होर दूजा नहीं हो सकता। हे रब तू धन दा योग है, अपने आप कह होएगा। रोटी खांदे भी, तुरते फिरते भी, काम कार करदे भी तुसीं रब दी सिफत करे बिना रह नहीं सकोगे, रह नहीं सकोगे। अपने आप ही वाहिगुरू दे गुण गा। इस करके जरूरत यह है कि वाहिगुरू दे गुणां नूं समझना है। गुरु ग्रंथ साहिब जी दे एक एक
ਅੱਖਰ ਵਿੱਚ ਰੱਬ ਦੇ ਗੁਣ ਹਨ, ਪ੍ਰਭੂ ਦੇ ਗੁਣ ਹਨ, ਪਰ ਲੋੜ ਹੈ ਗੁਰੂ ਦੇ ਗੁਣਾਂ ਨੂੰ ਸਮਝਣ ਦੀ। ਕਿਵੇਂ ਸਮਝਾਂਗੇ? ਅਸੀਂ ਗੁਰੂ ਦੀ ਬਾਣੀ ਸਮਝਣੀ ਹੈ, ਪੜ੍ਹਨੀ ਹੈ, ਗਾਉਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਵਿੱਤਰ ਬਾਣੀ ਰਾਗਾਂ ਦੇ ਵਿੱਚ ਉਚਾਰਨ ਕੀਤੀ ਹੈ, ਇਹ ਗਾਉਣ ਵਾਸਤੇ ਹੈ। ਗਾਓ ਇਹਨੂੰ, ਪੜ੍ਹੋ ਇਹਨੂੰ, ਪਰ ਪੜ੍ਹ ਕੇ ਪੜ੍ਹਨਾ ਗਾਉਣਾ ਇੰਨਾ ਹੀ ਕਾਫੀ ਨਹੀਂ ਹੈ, ਇਹਨੂੰ ਸਮਝਣਾ ਹੈ। ਸਮਝ ਕੇ ਵਾਹਿਗੁਰੂ ਦੇ ਸਾਨੂੰ ਗੁਣ ਸਮਝ ਆਉਣਗੇ, ਵਾਹਿਗੁਰੂ ਦੇ ਗੁਣ ਸਾਡੇ ਹਿਰਦੇ ਵਿੱਚ ਵਸਣਗੇ। ਜਦੋਂ ਹਿਰਦੇ ਵਿੱਚ ਵਸਣਗੇ ਫਿਰ ਰਸਨਾ ਆਪੇ ਬੋਲੇਗੀ ਕਿ ਤੂੰ ਹੀ ਹੈ, ਤੂੰ ਹੀ, ਤੇਰੇ ਵਰਗਾ ਦੂਜਾ ਕੋਈ ਨਹੀਂ। ਇਸ ਤਰੀਕੇ ਦੇ ਨਾਲ ਵਾਹਿਗੁਰੂ ਦੇ ਗੁਣ ਆਪਣੀ ਰਸਨਾ ਦੇ ਰਾਹੀਂ ਹੋਣੇ, ਤਾਂ ਅੰਦਰ ਸਹਿਜ ਪੈਦਾ ਹੋਣਾ, ਤਾਂ ਅੰਦਰ ਸ਼ਾਂਤੀ ਪੈਦਾ ਹੋਣੀ ਹੈ, ਤਾਂ ਸਾਡੇ ਅੰਦਰ ਸਦਾ ਕਾਇਮ ਰਹਿਣ ਵਾਲੀ ਖੁਸ਼ੀ ਪੈਦਾ ਹੋਣੀ ਹੈ। ਤਦ ਹੀ ਸਾਡੇ ਫਿਰ ਸਾਰੇ ਦੁੱਖ ਦੂਰ ਹੋਣੇ। ਸਗਲੇ ਦੁੱਖ ਪਤਾ ਅੱਗੇ ਰਹੋ। ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਕਹਿੰਦੇ ਇਸ ਤਰੀਕੇ ਦੇ ਨਾਲ ਹਰੀ ਦੇ ਚਰਨਾਂ ਨੂੰ ਸਿਮਰ। ਆ ਹਰੀ ਦੇ ਚਰਨ, ਹਰੀ ਦੀ ਸਿਮਰ ਸਲਾਹ, ਰੱਬ ਦੇ ਗੁਣ, ਗੁਰੂ ਦੀ ਬਾਣੀ, ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ, ਇਸ ਤਰੀਕੇ ਦੇ ਨਾਲ ਆਪਣੇ ਹਿਰਦੇ ਵਿੱਚ ਵਸਾ। ਜਦੋਂ ਗੁਰੂ ਦੀ ਸਿਫਤ ਤੇਰੇ ਹਿਰਦੇ ਵਿੱਚ ਵਸ ਗਈ, ਫਿਰ ਜੋ ਕੁਝ ਮਰਜ਼ੀ ਮੰਗੇਗਾ, ਜੋ ਵੀ ਤੇਰੀ ਮੰਗ ਹੈ, ਜੋ ਵੀ ਤੇਰੀ ਇੱਛਾ ਹੈ, ਪੂਰੀ ਹੋਏਗੀ। ਮੰਗ ਲਾ ਫਿਰ ਜੋ ਕੁਝ ਵੀ ਮੰਗਣਾ। ਹਰ ਚੀਜ਼, ਸਾਰੀਆਂ ਦਾਤਾਂ ਦਾ ਮਾਲਕ ਹੈ ਗੁਰੂ, ਸਾਰੀਆਂ ਦਾਤਾਂ ਦਾ ਮਾਲਕ ਹੈ ਪ੍ਰਭੂ। ਫਿਰ ਕਹਿੰਦੇ ਜੋ ਮੰਗੈ ਸੋਈ ਸੋਈ ਪਾਵੈ, ਜੋ ਵੀ ਮੰਗੇਗਾ ਉਹੀ ਪ੍ਰਾਪਤ ਕਰਨਾ। ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਸੇਵ ਕੇ, ਸਿਮਰ ਕੇ, ਹਿਰਦੇ ਵਿੱਚ ਵਸਾ ਕੇ ਗੁਰੂ ਦੇ ਚਰਨਾਂ, ਗੁਰੂ ਦੇ ਚਰਨ ਗੁਰੂ ਦੀ ਬਾਣੀ ਹੈ, ਗੁਰੂ ਦੇ ਚਰਨ ਗੁਰੂ ਦੀ ਸਿੱਖਿਆ ਹੈ, ਗੁਰੂ ਦਾ ਸ਼ਬਦ ਹੈ, ਗੁਰਮਤਿ ਦਾ ਸਿਧਾਂਤ ਹੈ। ਇਹਨੂੰ ਪਕੜੋ, ਸਮਝੋ, ਇਹਨੂੰ ਹਿਰਦੇ ਵਿੱਚ ਵਸਾਓ। ਜਦੋਂ ਇਹ ਹਿਰਦੇ ਵਿੱਚ ਵਸ ਗਏ ਫਿਰ ਸਭ ਕੁਝ ਹੀ ਮਿਲੇਗਾ। ਹਰ ਕੇ ਚਰਨ ਰਸਾਇਣ, ਰਸਾਇਣ ਕਹਿ ਦਿੱਤਾ, ਵਾਹਿਗੁਰੂ ਦਾ ਨਾਮ ਰਸਾਇਣ। ਰਸਾਇਣ ਦਾ ਅਰਥ ਪਤਾ ਕਿਆ ਹੁੰਦਾ ਹੈ? ਰਸਾਇਣ ਸਾਰੇ ਰਸਾਂ ਦੀ ਖਾਣ ਹੈ, ਜਿਹਦੇ ਵਿੱਚ ਸਾਰੇ ਹੀ ਸੁੱਖ ਹਨ, ਸਾਰੇ ਹੀ ਰਸ ਹਨ, ਸਾਰੇ ਹੀ ਸਵਾਦ ਹਨ, ਸਾਰੇ ਹੀ ਸੁੱਖ ਹਨ, ਸਾਰੇ ਹੀ ਖਜ਼ਾਨੇ ਹਨ, ਇੱਕ ਵਿੱਚ ਆ ਜਾਂਦੇ ਸਾਰੇ। ਵਾਹਿਗੁਰੂ ਦਾ ਨਾਮ ਸਾਰੇ ਰਸਾਂ ਦੀ ਖਾਣ ਹੈ ਭਾਈ। ਵਾਹਿਗੁਰੂ ਦੇ ਨਾਮ ਨੂੰ ਸਮਝੋ, ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਓ। ਫਿਰ ਜੋ ਕੁਝ ਵੀ ਤੁਸੀਂ ਮੰਗ ਰਹੇ ਹੋ, ਜਿਹੜੀਆਂ ਵੀ ਤੁਹਾਡੀਆਂ ਲੋੜਾਂ ਸਾਰੀਆਂ ਪੂਰੀਆਂ ਹੋਣਗੀਆਂ। ਸਾਡੀਆਂ ਲੋੜਾਂ ਇਸੇ ਕਰਕੇ ਨਹੀਂ ਪੂਰੀਆਂ ਹੁੰਦੀਆਂ, ਅਸੀਂ ਗੁਰੂ ਦੇ ਚਰਨਾਂ ਨੂੰ, ਗੁਰੂ ਦੀ ਬਾਣੀ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਸਿੱਖਿਆ ਨੂੰ ਅਸੀਂ ਸਮਝ ਨਹੀਂ ਰਹੇ। ਬਸ ਗੁਰੂ ਸਾਹਿਬ ਨੂੰ ਦੇਖ ਲੈਂਦੇ ਹਾਂ, ਗੁਰੂ ਸਾਹਿਬ ਨੂੰ ਦੇਖ ਜਾਂਦੇ, ਅਸੀਂ ਗੁਰੂ ਨਾਲ ਗੱਲਾਂ ਨਹੀਂ ਕਰਕੇ ਜਾਂਦੇ। ਗੁਰੂ ਦੀ ਬਾਣੀ ਨੂੰ ਸਮਝਣਾ ਪੈਂਦਾ, ਸਮਝਣ ਵਾਸਤੇ ਟਾਈਮ ਕੱਢਣਾ ਪਊਗਾ, ਸਮਝਣ ਵਾਸਤੇ ਟਾਈਮ ਕੱਢਣਾ ਪਏਗਾ। ਸਕੂਲ ਵਿੱਚ ਬੱਚਾ ਜਾਂਦਾ 3 ਸਾਲ ਦਾ ਨਹੀਂ ਸੀ ਹੋਣ ਦਿੰਦੇ, 3 ਸਾਲ ਦਾ ਬੱਚਾ ਹੋਣ ਨਹੀਂ ਦਿੰਦੇ ਜਿਹੜੇ ਸਕੂਲ ਵਿੱਚ ਭੇਜਦੇ। ਕਾਹਦੇ ਵਾਸਤੇ ਭੇਜਦੇ? ਕੁਛ ਸਿੱਖੇ, ਕੁਛ ਪੜ੍ਹੇ, ਕੁਛ ਸਮਝੇ, ਪੜ੍ਹਾਈ ਕਰੀ, BA MA MA ਕਰੀ, ਕਰ ਵੀ ਜਾਂਦਾ। ਕਰਕੇ ਫਿਰ ਕੀ ਕਰਦਾ? ਮਾਇਆ ਕਮਾਉਂਦਾ। ਉਹ ਮਾਇਆ ਕਿਹਦੇ ਕੰਮ ਆਉਂਦੀ ਹੈ? ਸਰੀਰ ਦੇ ਕੰਮ ਆਉਂਦੀ ਹੈ। ਸਰੀਰ ਕਿੰਨਾ ਕੁ ਚਿਰ ਰਹਿੰਦਾ? ਕੰਮ ਫਿਰ ਹੋ ਜਾਂਦਾ। ਇਸੇ ਤਰੀਕੇ ਨਾਲ ਆਪਣੀ ਆਤਮਿਕ ਪੜ੍ਹਾਈ ਵੀ ਕਰੋ। ਬੱਚਿਆਂ ਨੂੰ ਇਸ ਸਕੂਲ ਵਿੱਚ ਵੀ ਲੈ ਕੇ ਆਇਆ। ਆਪੇ ਸਕੂਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰਬਾਰ, ਇੱਥੇ ਆਤਮਿਕ ਪੜ੍ਹਾਈ ਕਰਾਈ ਜਾਂਦੀ। ਇੱਥੇ ਵੀ ਅੱਗੇ ਪੜ੍ਹਾਈ ਕਰੋ ਔਰ ਕਰਾਓ ਆਪਣੇ ਬੱਚਿਆਂ ਨੂੰ ਇਹ ਵੀ ਸਿੱਖਿਆ ਦਾ, ਆਤਮਿਕ ਸਿੱਖਿਆ। ਫਿਰ ਇੱਥੇ ਨਾਮ ਧਨ ਦੀ ਪ੍ਰਾਪਤੀ ਹੋਏਗੀ। ਨਾਮ ਧਨ, ਉਹ ਨਾਮ ਧਨ ਜਿਹੜਾ ਮੁੱਕਣਾ ਹੀ ਨਹੀਂ ਹੈ, ਜਿਹੜਾ ਆਤਮਾ ਨੂੰ ਸੁਖ
वाहिगुरू का नाम सारे रसां दी खान है गुरमुख प्यारी। जो मनुख इस नाम धर्म ਨੂੰ ਪ੍ਰਾਪਤ ਕਰ ਲੈਂਦਾ, ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ, ਤਾਂ ਇੱਥੇ ਹੀ ਵਸਣੀ। ਅੱਗੇ ਹੋਰ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਹਨ, ਕਹਿੰਦੇ ਜਨਮ ਮਰਨ ਦੋਹੂ ਤੇ ਛੁਟੈ ਭਵ ਜਲ ਜਗਤ ਤਰਾਇਣ। ਜੇ ਤੂੰ ਆਪਣੀ ਰਸਨਾ ਦੇ ਰਾਹੀਂ ਵਾਹਿਗੁਰੂ ਦੇ ਗੁਣ ਗਾਉਣ ਲੱਗ ਗਿਆ, ਜੇ ਤੂੰ ਵਾਹਿਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਣ ਲੱਗ ਗਿਆ, ਕਹਿੰਦੇ ਫੇਰ ਇੱਥੇ ਹੀ ਵਸਣੀ। ਤੇਰਾ ਜੰਮਣ ਜਨਮ ਤੋਂ ਵੀ ਮਰਨ ਤੋਂ ਵੀ ਛੁਟਕਾਰਾ ਹੋ ਜਾਏਗਾ। ਅਸੀਂ ਮੌਤ ਤੋਂ ਤਾਂ ਡਰਦੇ ਜੀ, ਮਰਨ ਤੋਂ ਡਰਦਾ ਨਾ, ਹਰ ਕੋਈ ਬੰਦਾ ਡਰਦਾ, ਪਰ ਕਹਿੰਦੇ ਜੰਮਣਾ ਵੀ ਚੰਗਾ ਨਹੀਂ ਹੈ, ਜਨਮ ਵੀ ਚੰਗਾ ਨਹੀਂ। ਜੇ ਜਨਮ ਨੇ ਤਾਂ ਹੀ ਤਾਂ ਮਰਨ ਤੋਂ ਡਰਦਾ, ਜੇ ਜੰਮੇ ਤਾਂ ਹੀ ਮਰਨਾ, ਜੇ ਜੰਮਦੇ ਹੀ ਨਾ ਫਿਰ ਕਾਹਨੂੰ ਦਾ, ਫਿਰ ਕਾਹਨੂੰ ਮਰਨਾ ਸੀ। ਸਤਿਗੁਰੂ ਜੀ ਕਹਿੰਦੇ ਹਨ, ਆ ਜਿਹੜਾ ਮੌਤ ਦਾ ਡਰ ਹੈ, ਇਹ ਮੌਤ ਦਾ ਡਰ ਪੈਦਾ ਕਿਸ ਨੇ ਕੀਤਾ? ਜਨਮ ਨੇ, ਜੇ ਅਸੀਂ ਜੰਮੇ। ਪਰ ਜਦੋਂ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ, ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ, ਉਹਦਾ ਜੰਮਣਾ ਵੀ ਬੰਦ ਹੋ ਜਾਂਦਾ, ਉਹ ਸਦਾ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਰਹਿੰਦਾ। ਜੰਮਣ ਮਰਨ ਦੇ ਗੇੜ ਚੋਂ ਨਿਕਲ ਜਾਂਦਾ। ਜਨਮ ਮਰਨ ਦੋਹੂ ਤੇ ਛੁਟੈ। ਅਸੀਂ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਂਦੇ, ਜਨਮੈ ਤੇ ਵਾਜੇ ਵਧਾਏ, ਸੋ ਲੜੇ ਅਗਿਆਨੀ ਗਾਏ। ਪਰ ਇਹ ਗੱਲ ਨਹੀਂ ਕੋਈ ਸਮਝਦਾ ਕਿ ਜੋ ਜਨਮੈ ਤੇ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹ। ਜਿਹੜਾ ਜੰਮਿਆ ਉਸਨੇ ਮਰਨਾ, ਜੋ ਵੀ ਜੰਮਿਆ ਉਸਨੇ ਮਰਨਾ ਹੈ। ਅਸੀਂ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਂਦੇ ਹਾਂ, ਜਦੋਂ ਮਰਦਾ ਬੰਦਾ ਫਿਰ ਉੱਤੇ ਪਿੱਟਦੇ, ਆਹੀ ਕੁਝ ਕਰਦੇ। ਪਰ ਸਤਿਗੁਰੂ ਜੀ ਕਹਿੰਦੇ ਜਨਮ ਦਿਨ ਮਨਾਓ। ਮਨਾਓ ਕਿਵੇਂ ਮਨਾਓ? ਮਨ ਦੁੱਖਾਂ ਵਾਂਗੂ ਨਾ ਮਨਾਓ, ਜਨਮ ਨੂੰ ਸਮਝੋ। ਸਾਡੇ ਸਤਿਗੁਰੂ ਨੇ ਸਾਨੂੰ ਹਰ ਕੰਮ ਕਰਨ ਦੀ ਛੁੱਟੀ ਦਿੱਤੀ ਹੈ, ਪਰ ਕਦੇ ਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ, ਗੁਰੂ ਮਹਾਰਾਜ ਦੇ ਦਰਬਾਰ ਵਿੱਚ ਆ ਕੇ, ਗੁਰੂ ਦੇ ਸ਼ਬਦ ਨਾਲ ਜੁੜ ਕੇ, ਗੁਰੂ ਦੀ ਬਾਣੀ ਨਾਲ ਜੁੜ ਕੇ ਜਨਮ ਦਿਨ ਵੀ ਮਨਾਓ। ਪਰ ਜਨਮ ਨੂੰ ਸਮਝੋ, ਜਨਮ ਮਿਲਿਆ ਕਾਹਦੇ ਵਾਸਤੇ? ਜਨਮ ਦਿਨ ਤਾਂ ਅਸੀਂ ਮਨਾ ਲੈਂਦੇ, ਬੁੱਢੇ ਵੀ ਹੋ ਜਾਂਦੇ ਤਾਂ ਵੀ ਜਨਮ ਦਿਨ ਮਨਾਈ ਜਾਂਦੇ। ਪਰ ਇਸ ਗੱਲ ਨੂੰ ਵੀ ਸਮਝੋ, ਅਸੀਂ ਜੰਮ ਕੇ ਖੱਟਿਆ ਕੀ ਹੈ? ਅਸੀਂ ਜਨਮ ਲੈ ਕੇ ਖੱਟਿਆ ਕੀ ਹੈ? ਅੰਦਰ ਈਰਖਾ ਇਕੱਠੀ ਕੀਤੀ ਹੈ, ਅੰਦਰ ਸਾਰੀਆਂ ਵਾਸ਼ਨਾਵਾਂ ਇਕੱਠੀਆਂ ਕੀਤੀਆਂ, ਜਨਮ ਲੈ ਕੇ ਆਪਣੇ ਸਰੀਰ ਨੂੰ ਬਕਾਮ ਵਿੱਚ ਲਾ ਦਿੱਤਾ, ਨਸ਼ਿਆਂ ਵਿੱਚ ਲਾ ਦਿੱਤਾ। ਜਨਮ ਲੈ ਕੇ ਅਸੀਂ ਖੱਟਿਆ ਕੀ? ਜੋ ਕੁਛ ਅਸੀਂ ਖੱਟਿਆ ਉਹੀ ਅਸੀਂ ਬੱਚਿਆਂ ਨੂੰ ਲਾ ਰਹੇ ਹਾਂ ਆਪਣੇ ਗਲਤ ਪਾਸੇ। ਇਸ ਕਰਕੇ ਜੇ ਜਨਮ ਦਿਨ ਮਨਾਉਣਾ ਹੈ, ਗੁਰੂ ਦੀ ਬਾਣੀ ਨਾਲ ਜੁੜੋ, ਗੁਰੂ ਦੇ ਸ਼ਬਦ ਨੂੰ ਵਿਚਾਰੋ, ਇਸ ਗੱਲ ਨੂੰ ਸਮਝੋ। ਆ ਜਨਮ ਮਿਲਿਆ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ, ਦੇਹੋ ਦਰਸ ਹਰ ਲਾਇਆ। ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਣੇ, ਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰੋ, ਹੇ ਪ੍ਰਭੂ ਇਸ ਬੱਚੇ ਨੂੰ ਤੁਸੀਂ ਜਨਮ ਦਿੱਤਾ ਹੈ, ਹੁਣ ਕਿਰਪਾ ਕਰੋ, ਬੱਚੇ ਦੀ ਦਾਤ ਬਖਸ਼ੀ ਹੈ, ਹੁਣ ਕਿਰਪਾ ਕਰੋ ਇਸ ਬੱਚੇ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖੋ, ਇਸ ਬੱਚੇ ਨੂੰ ਆਪਣੇ ਚਰਨਾਂ ਨਾਲ ਜੋੜੋ। ਇਹ ਬੱਚਾ ਆਪ ਜੀ ਦੀ ਬੰਦਗੀ ਕਰਦਾ ਹੋਇਆ ਆਪਣਾ ਜੀਵਨ ਬਤੀਤ ਕਰੇ, ਇਹ ਬੱਚਾ ਆਪ ਜੀ ਦੀ ਬਾਣੀ ਨਾਲ ਜੁੜੇ, ਇਸ ਨੂੰ ਕੀਰਤਨ ਦੀ ਦਾਤ ਬਖਸ਼ੋ, ਇਸ ਨੂੰ ਨਾਮ ਦੀ ਦਾਤ ਬਖਸ਼ੋ, ਇਹ ਆਪ ਜੀ ਦੀ ਸੰਗਤ ਕਰਦਾ ਰਹੇ, ਆਪ ਜੀ ਦਾ ਦਰਸ਼ਨ ਕਰਦਾ ਹੋਇਆ ਆਪਣਾ ਜੀਵਨ ਸਫਲ ਕਰੇ। ਇਸ ਤਰੀਕੇ ਨਾਲ ਜਨਮ ਦਿਨ ਮਨਾਓ, ਕੋਈ ਮਾੜੀ ਗੱਲ ਨਹੀਂ ਹੈ। ਇਸ ਕਰਕੇ ਸਭ ਤੋਂ ਵੱਡਾ ਦੁੱਖ ਜਨਮ ਹੈ, ਸਭ ਤੋਂ ਵੱਡਾ ਦੁੱਖ ਜਨਮ ਹੈ। ਜੇ ਜਨਮੇ ਅਸੀਂ ਤਾਂ ਹੁਣ ਮਰਨਾ ਵੀ ਪਏਗਾ, ਫਿਰ ਮਰਨ ਤੋਂ ਕਿਉਂ ਡਰਦੇ? ਜੇ ਜੰਮੇ, ਜੰਮਣ ਦੀ ਖੁਸ਼ੀ ਮਨਾਈ ਹੈ, ਹੁਣ ਮਰਨ ਤੋਂ ਕਿਉਂ ਡਰਦੇ? ਮਰਨਾ ਵੀ ਜ਼ਰੂਰੀ ਹੈ। ਇਸ ਕਰਕੇ ਜੇ ਕੋਈ ਮਰਨ ਤੋਂ ਡਰਦਾ ਤਾਂ ਜੰਮਣ ਤੋਂ ਵੀ ਡਰੋ, ਜੰਮਣ ਤੋਂ ਵੀ ਡਰੋ। ਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਕਰੋ, ਹੇ ਪ੍ਰਭੂ ਤੇਰੀ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਮਿਲਿਆ, ਹੁਣ ਕਿਰਪਾ ਕਰ, ਇਹ ਅੱਖਾਂ ਦੇ ਨਾਲ ਤੇਰਾ ਦਰਸ਼ਨ ਕਰਦਾ ਰਹਾਂ, ਕੰਨਾਂ ਦੇ ਨਾਲ ਤੇਰਾ ਜਸ ਸੁਣਦਾ ਰਹਾਂ, ਮੇਰੇ ਪੈਰ ਤੇਰੇ ਚਰਨਾਂ ਵੱਲ, ਤੇਰੀ ਸੰਗਤ ਵੱਲ ਨੂੰ ਤੁਰਦੇ ਰਹਿਣ, ਇਹਨਾਂ ਹੱਥਾਂ ਦੇ ਨਾਲ ਮੈਂ ਤੇਰੀ ਸੰਗਤ ਦੀ ਸੇਵਾ ਕਰਦਾ, ਮੇਰੇ ਉੱਤੇ ਇਹ ਕਿਰਪਾ ਕਰ। ਜੇ ਤੈਨੂੰ ਮੈਨੂੰ ਸਰੀਰ ਦਿੱਤਾ, ਜੇ ਤੈਨੂੰ ਮੈਨੂੰ ਜਨਮ ਦਿੱਤਾ, ਆ ਬੇਨਤੀ ਕਰਨੀ ਚਾਹੀਦੀ।
सो इस करके जे बचपन में नहीं जुड़ सके, जवानी में नहीं जुड़ सके, हुण तां बुढ़े हो गए, हुण बुढ़े हो गए जुड़ जाओ। इस करके सतगुरु जी कहते हैं जदों मनुख गुरु के चरणों नाल जुड़ जाता है, गुरु के शब्द नाल जुड़ जाता है, गुरु की बाणी नाल जुड़ जाता है, धन धन गुरु ग्रंथ साहिब महाराज की संगत में आउण लग जाता है, वो मनुख जन्म मरण दोहू ते छूटा है, जमना मरना ही उसका बंद हो गया, सदा ही परमात्मा के चरणों में निवास उसनूं मिल जाता है। भाव जिहड़े जगत तरायण, एक भयानक समुद्र है जिहड़ा जगत, ये तो उसका पार उतारा हो जाता, निकल जाता, सदा ही अपनी चरणों में उसनूं थां मिल जाती है, सदा नहीं। आप मंगते नहीं सदा ही थां, सदा ही थां। ये तो फिर जो बंदा मर जाता ना, फिर दूसरी अरदास करते ज्ञानियां तो बुराई की है ये संगत में, फिर कहने सच्चे पातशाह को अपने चरणों में निवास कर। दूजे कहने मनुख तो सदा सदा कहती है मंगे दास मंगते नहीं कोई सारी जिंदगी होरे चीज़ां मंगती करेगा। इस करके गुरमुख प्यारे आप ही दात मंगिया करो। हे प्रभु कृपा कर असी तेरी संगत में आउंदे रहिए, हे प्रभु कृपा कर सानू तेरी बाणी समझ आवे, हे प्रभु कृपा कर साडा जीवन सफला हो जावे, हे प्रभु साडे उत्ते बख्शिश कर, साडे हिरदे विच आत्मिक आनंद पैदा कर दे, आत्मिक सूझ पैदा कर दे। ये दात मंगनी चाहिए। कहते जन्म मरण दोहू ते छूटा है, भव जिन जगत तरायण। आखिरी पंक्तियां कहते खोजत खोजत तत्व विचारियो, दास गोबिंद पारायण। हुण प्रभु के दासां की गल कीती है, गुरु के सिखां की गल कीती है। जिहड़े गुरु के सिख हन, प्रभु के दास हन, वो की करते हैं? गुरु की बाणी नूं खोजते हैं, गुरु की बाणी नूं खोजते हैं, वार वार खोजते हैं, वार वार गुरु की बाणी को पढ़ते हैं। केवल पढ़ते ही नहीं हैं, खोजते हैं। गुरु गोबिंद सिंह महाराज ने सानू कहा ना, आज्ञा भई अकाल की तवे चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो परगट गुरां की दे, जो प्रभु को मिलवो चाहे। जिहड़ा प्रभु को मिलना चाहता, जिहड़ा प्रभु को मिलना चाहता, वो की करे? खोज शब्द में, वो गुरु के शब्द को खोजे विचारे। ज्यों ज्यों खोजता जाएगा, ज्यों ज्यों खोजता जाएगा, तो वो असलीयत को समझ लेगा। असलीयत की है? असलीयत जगत की असलीयत, अपने जन्म की असलीयत। असल की असलीयत कि वो रब एक है, उसे ने ही सारिਆਂ ਨੂੰ पैदा किया है। साडी अपनी चीज केड़ी है? अपनी चीज साडी साडा इत्थे कुछ भी नहीं है। रब ही साडा अपना है, गुरु ही साडा अपना है। गुरु कोलों अपना नाम प्राप्त करना, नाम ही साडे काम खोल पाना। इस असलीयत को समझ लेंदा मनुख। कहते खोज खोज तक विचारियो। जिहड़े प्रभु के दास हैं, ये खोज कर करके, खोज कर करके इस तत्व को समझ लेते हैं, उस असलीयत को समझ लेते हैं, रब बारे ज्ञान प्राप्त कर लेते हैं, आत्मिक जीवन की सूझ प्राप्त कर लेते हैं। उसको समझ आ जाती है इत्थे कुछ भी साडा अपना नहीं है, अपना एक रब है। वो रब नाल जुड़े रहते, प्रभु नाल जुड़े रहते, गुरु की संगत नहीं छड्डते। उन्हें पता गुरु ही मैनूं पार लगाऊगा, दूजा होर कोई है नहीं। असलीयत को समझ लेते हैं। खोजत खोज तत् विचारियो, दास गोबिंद परायण। जिहड़े दास हैं, रब के दास हैं, गुरु के सिख हैं, वो गोबिंद के चरणों विच चरणों नाल जुड़े रहंदे। दास गोबिंद परायण, गोबिंद के चरणों गुरु की संगत विच मिले रहंदे, गुरु नूं नहीं छड्डदे। उसनूं उन्होंने समझ आ जाती है, असलियत समझ आ जाती है कि गुरु ही साडा अपना। सानू सब कुछ अपना लग रहा है, गुरु ही बगाना लग रहा है। सानू सब कुछ अपना लग रहा है, रब ही बगाना लग रहा है। माया मोह सगल जग छाया, कामण देख काम लवाया, सुत कंचन से हेत ਵਧਾਇਆ। सब कुछ अपना
एक राम भरा है। पुत्र भी मेरे हैं, परिवार भी मेरा है, कोठियां भी मेरिया, जमीना जायदादा भी मेरिया, आ भी मेरा, आ भी मेरा, सब कुछ मेरा है। रब पता नहीं कीदा, गुरु पता नहीं कीदा, रब किसी होर दा समझी बैठे। गुरमुख प्यारो कुछ भी साडा अपना नहीं, साडा जे है तां रब ही साडा अपना है, गुरु ही साडा अपना है। और सार संगत विच मिल के जेड़ा तुसीं टाइम कट रहे हैं ना, ये टाइम ये समा ही तुहाडे काम आउणा, और कुछ भी काम नहीं होना। आ समा जरूर कढिया। कहते खोज खोज तज विचारियो, दास गोबिंद परायण अवनासी खेम, चाहे जे नानक सदा सिमर नारायण। अवनासी सदा कायम रहने वाला, अवनासी कदे भी ना नाश होने वाला, अवनासी खेम सुख। जे तू चाहना सदा कायम रहने वाला सुख चाहना, कदे भी ना नाश होने वाला सुख चाहना, कदे भी दुखों विच बदलने वाला सुख, ये सुख जड़ा है कदे भी दुखों विच नहीं बदलता। जे तू चाहना कि मैनू वो सुख मिले जड़ा कदे भी दुखों विच ना बदले, तां तू की कर, सदा नारायण नूं सिमर, प्रभु नूं सिमर, रब नूं सिमर। जे तू चाहना अविनाशी खेम, कदे भी ना नाश होने वाला सुख, कदे भी दुखों विच ना बदलने वाला सुख, जे तू चाहना तां सदा इको एक वाहिगुरू दा नाम सिमर, इको एक गुरु की संगत में जुड़िया रहे, उस प्रभु का शुकराना करता रहे, कदे भी दुखी नहीं होने। सो इस करके इस पवित्र वचना की राही सतगुरु गुरु अर्जन देव महाराज साडे उत्ते बख्शिश करते हैं, साडे उत्ते कृपा करते हैं कि भाई अपनी रचना के राही वाहिगुरू के गुण गाओ। वाहिगुरू के गुण रचना के राही ਉਹੀ ਗਾ ਸਕਦਾ जिसने अपने हिरदे में वाहिगुरू के गुण इकट्ठे किए हैं। अंदरों कढ़ने वाहिगुरू के गुण पहला अंदर इकट्ठे करने, फिर रचना ने तां विचार। जे अंदर का गुण है नहीं, अंदर गुरु वाहिगुरू के गुणों तो समझे नहीं, असी मूँह तो असी गुण विचार न करिए। इस करके जरूरत है वाहिगुरू के गुण गाने हैं, वाहिगुरू की बाणी नूं, गुरु की बाणी नूं गाउणा भी है, पढ़ना भी है, पर हिरदे विच वाहिगुरू के गुण इकट्ठे करने। किवें इकट्ठे होणगे? गुरु की बाणी नूं विचार विचार के वाहिगुरू के गुणां नूं समझना कि वो वाहिगुरू कितना बड़ा है, कितना सुंदर है, सारे भंडारियां दा मालिक है, वो इको है, उसे ने सारी सृष्टि पैदा की है, उसे ने सारी हिंदू मुसलमान सिख ईसाई खत्री ब्राह्मण सूद वैश्य ये सारे उसे ने पैदा किए हुए, उसे ने सारी जीव जंतु पैदा किए हैं। किवें वो संभाल कर रहे हैं? हवा ओदी बनाई हुई है, अग ओदी बनाई हुई है, समुद्र ओदा बनाया होया, हर चीज ही ओदी बनाई हुई है, वो कितना बड़ा है। फिर वो मनुख फिर किसी होर दे गुण नहीं गाए, ओदी रचना फिर अपने आप ही उस वाहिगुरू नूं कहेगी, वाह वाहिगुरू 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 तू ही है, तू ही है, तू ही है। फिर ओदे गुण अपने आप ही रचना गाउण लग गई। इस करके जरूरत है गुरु की बाणी नूं पढ़िया करो, गाया करो, बड़े प्यार के नाल इस बाणी नूं समझण दा यतन करो। सो ये विचार भुल्लां चुकां दी खिमा। वाहिगुरू जी का खालसा, वाहिगुरू जी की फतेह। सतनाम 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 जी, वाहिगुरू वाहिगुरू।